ਵਾਹਿਗੁਰੂ ਸਾਹਿਬ ਜੀ। हमारी प्यारी अमृत तारी गुरु निमख नमन ते टारी रे। दर्शन परसन सरसन हरसन रंग रंगी करतारी रे। खेन राम गुर गाम हर दम न जम हर नानक कंठ उरहारी रे। अमृत बाणी हर हर तेरी सुन सुन होवै परम गत मेरी। जलन बुझी शीतल होए मनुआ सतगुर का दर्शन पाए जियो। गुर दाता गुर ही वै घर गुर दीपक तै लोए। अमर पदार्थ नानका मन मानिया सुख होए। बाणी गुरु गुरु है बाणी विच बाणी अमृत सारे। गुरबाणी कहे सेवक जन मन परतख गुरु निस्तारे। बारह महा मांझ महला पंजवा घर चौथा एक ओंकार सतगुर प्रसाद। सतनाम वाहिगुरू साहिब जी। पादे भरम भुलानिया दूजा लगा हेत। लख शिंगार बनाया कारज नाही केत। पादे भरम भुलानिया दूजा लगा हेत। लख शिंगार बनाया कारज नाही केत। जित दिन देह बिनससी तित वेला कैसन प्रेत। पकड़ चलायन दूत जन किसे न देनी भेत। छड़ खड़ोते खिन नहे जिन स्यों लगा हेत। हाथ मरोड़े तन कपे स्याहो होआ सेत। जेहा बीजै सोलुणै
ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸ਼ਰਨਾਗਤੀ ਚਰਨ ਬਿਹਥ ਪ੍ਰਭ ਦੇਤ ਸੇ ਭਾਦੇ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ ਨਾਨਕ ਪ੍ਰਭ ਸ਼ਰਨਾਗਤੀ ਚਰਨ ਬਿਹਥ ਪ੍ਰਭ ਦੇਤ ਸੇ ਭਾਦੇ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਦੋਂ ਦੇ ਮਹੀਨੇ ਦੀ ਆਰੰਭਤਾ ਹੈ। ਇਸੇ ਸੰਬੰਧ ਵਿੱਚ 12 ਮਾਹ ਦੇ ਰੂਪ ਵਿੱਚ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਮਾਝ ਰਾਗ ਦੇ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 134 ਉੱਪਰ ਸੁਭਾਇਮਾਨ ਹੈ। ਤੇ ਇਸ ਪਾਵਨ ਸ਼ਬਦ ਦੀ ਵਿਚਾਰ ਬਹੁਤ ਹੀ ਸਤਿਕਾਰਯੋਗ ਸਿੱਖ ਕੌਮ ਦੇ ਮਹਾਨ ਵਿਦਵਾਨ ਸੇਵਾ ਰਤਨ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਆਪ ਜੀ ਨੂੰ ਸਰਵਣ ਕਰਾਉਣਗੇ। ਬੜੇ ਪਿਆਰ ਸਤਿਕਾਰ ਸਹਿਤ ਜੁੜ ਕਰਕੇ ਗੁਰਮਤਿ ਵਿਚਾਰਾਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੀ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ,
इन्हां अजमतां वडियाइयां दे मालक गुरु हरकृष्ण साहब महाराज जी दे पवित्र चरण छोह प्राप्त इतिहासिक अस्थान गुरुद्वारा बंगला साहब जी की यात्रा करदे हां। जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार दे नियम अनुसार गुरु की बाणी दी चल रही लड़ीवार कथा दा अपनियां मन बिरतियां इकागर करो, रसना पवित्र कर दे एक बार, सारे उच्चारण करो जी सतनाम वाहे गुरु जी। ये पावन शब्द जो अज आप जी ने सरवण किया है, ये 12 महाबाणी दे अंदर पंजवें पातशाह गुरु अर्जन देव महाराज जी दे पवित्र मुख तो उच्चारण होया। मांझ राग विच 135 अंग ते दर्ज है। अज हर महीने वाले दिन की तरह लड़ीवार कथा नूं विराम दे के उचेचे तौर ते गुरु के वजीर ने यह शब्द सानू सरवण करवाया है। साडे विच ना हुंदियां होयां भी थितां दा, वारां दा, दिनां दा, महीनियां दा, चसियां दा, पलां दा, मुहूर्तां दा, समय दा बहुत प्रभाव है। बहुत कौड़ा बचन है, थिती वार सेवै मुग्ध गवार। दरबार दे फिर जिस गुरु पिता जी दे बचन ने जिस पद्धति नूं बाणी प्राप्त है, साडे संसारियां वास्ते ये शब्द बहुत कौड़ा है कि कोई सानू गवार कवे, डंगर कवे, मूर्ख कवे, बेअकल कवे, बेसमझ कवे। गुरबाणी दे विच भाई रे, संतो, साधो इदां दे शब्द संगत दे नाल सांझे कीते गए ने, पर ये शब्द गवार जिहड़ा है
ये उन्हां साडे सारिਆਂ वास्ते है ਜਿਹੜੇ ਮੁੜਦੇ नहीं। ਪਸ਼ੂ ਦਾ ਇੱਕ ਸੁਭਾਅ ਹੁੰਦਾ ਹੈ ਕਿ ਜਿਹੜੇ ਖੇਤ ਚੋਂ ਕੱਢੋ, ਜਿਹੜੀ ਚੀਜ਼ ਨੂੰ ਮੂੰਹ ਮਾਰਨ ਤੋਂ ਰੋਕੋ, ਉਹ ਘੜੀ ਘੜੀ ਉਸੇ ਖੇਤ ਵਿੱਚ ਨੂੰ ਪੈਂਦਾ ਹੈ, ਉਸੇ ਚੀਜ਼ ਨੂੰ ਮੂੰਹ ਮਾਰਦਾ ਹੈ। ਇਸੇ ਕਰਕੇ ਅਸੀਂ ਕਈ ਵਾਰੀ ਕਹਿੰਦੇ ਵੀ ਤੂੰ ਪਸ਼ੂ ਹੈ, ਤੈਨੂੰ ਸਮਝ ਨਹੀਂ ਆਉਂਦੀ, ਤੈਨੂੰ ਕਿੰਨੇ ਵਾਰੀ ਵਰਜਿਆ, ਕਿੰਨੇ ਵਾਰੀ ਰੋਕਿਆ ਬਈ, ਕਿ ਤੈਨੂੰ ਇਸ ਗੱਲ ਦਾ ਭੇਦ ਨਹੀਂ ਆਉਂਦਾ। ਇਹ ਜਿਹੜੀਆਂ ਥਿੱਤਾਂ ਨੇ, ਵਾਰਾਂ ਨੇ, ਇਹਨਾਂ ਦੀ ਬੰਦਿਆ ਤੇਰੀ ਜ਼ਿੰਦਗੀ ਵਿੱਚ ਕੋਈ ਮਹਾਨਤਾ ਨਹੀਂ ਹੈ, ਕੋਈ ਵਡਿਆਈ ਨਹੀਂ ਹੈ। ਅਗਰ ਮੇਰਾ ਚੇਤਾ ਠੀਕ ਹੈ ਤੇ ਐਸਾ ਵੀ ਹੋਇਆ ਹੈ ਕਿ ਇੱਕ ਪ੍ਰਧਾਨ ਮੰਤਰੀ ਦਾ ਕਤਲ ਜਿਹੜਾ ਸੀ, ਜੇ ਮੈਂ ਠੀਕ ਕਹਿ ਰਿਹਾ ਤੇ ਬੁੱਧਵਾਰ ਹੋਇਆ ਸੀ। ਉਸ ਤੋਂ ਬਾਅਦ ਉਹਦੀਆਂ ਜਿਹੜੀਆਂ ਤਰੀਕਾਂ ਪੈਂਦੀਆਂ ਰਹੀਆਂ, ਉਹ ਵੀ ਬੁੱਧਵਾਰ ਸੀ, ਤੇ ਉਹਨੂੰ ਸੋਧਣ ਵਾਲੇ ਜਿਹੜੇ ਸਨ, ਜਦੋਂ ਉਹਨਾਂ ਨੂੰ ਫਾਂਸੀ ਚੜ੍ਹੀ ਤੇ ਉਹ ਵੀ ਬੁੱਧਵਾਰ ਸੀ। ਪਤਾ ਨਹੀਂ ਜੁਡੀਸ਼ਰੀ ਨੂੰ ਵੀ ਕੁਝ ਚੰਗਾ ਹੀ ਲੱਗਾ ਹੋਏਗਾ ਕਿ ਉਹਨਾਂ ਦੇ ਮਨ ਵਿੱਚ ਆਈ ਕਿ ਉਸੇ ਦਿਨ ਨੂੰ ਹੀ ਉਹ ਤੋਰਦੇ ਰਹਿ ਗਏ। ਅਸੀਂ ਗੁਰਦੁਆਰੇ ਆਉਂਦੇ ਹਾਂ, ਇਹ ਇੱਦਾਂ ਹੀ ਹੈ ਜਿੱਦਾਂ ਬਾਕੀ ਧਰਮਾਂ ਦੇ ਲੋਕ ਆਪਣੇ ਧਰਮ ਸਥਾਨਾਂ 'ਤੇ ਜਾਂਦੇ ਨੇ। ਹੁਣ ਅਸੀਂ ਉਹਨਾਂ ਦੇ ਪੈਰਲਲ ਜਾਂਦੇ ਹਾਂ, ਜਾਂ ਉਹਨਾਂ ਨੂੰ ਵੇਖ ਕੇ ਵੀ ਉਧਰ ਜਾਂਦੇ ਨੇ ਅਸੀਂ ਇੱਧਰ ਆਉਂਦੇ ਹਾਂ, ਰੀਸ ਕਰਦੇ ਹਾਂ। ਸ਼ਾਇਦ ਇਸ ਤੋਂ ਜ਼ਿਆਦਾ ਕੁਝ ਨਹੀਂ ਹੈਗਾ। ਨਹੀਂ ਤਾਂ ਚਾਹੀਦਾ ਇਹ ਹੈ ਹਰ ਵਿਅਕਤੀ ਜਿਹੜਾ ਆਪਣੇ ਧਰਮ ਨੂੰ ਮੰਨਦਾ ਹੈ, ਉਹ ਪਹਿਲਾਂ ਆਪਣੇ ਧਰਮ ਦੀ ਪੜ੍ਹਾਈ ਕਰੇ, ਧਰਮ ਦੀ ਸੋਝੀ ਪ੍ਰਾਪਤ ਕਰੇ, ਫਿਰ ਆਪਣੇ ਧਰਮ ਦੇ ਧਰਮ ਸਥਾਨ 'ਤੇ ਜਾ ਕੇ ਉਹ ਪੂਜਾ ਅਰਚਾ ਕਰੇ। ਕੀ ਇਹ ਹੋ ਸਕਦਾ ਹੈ ਕਿ ਕੋਈ ਮੈਂ ਜਾਂ ਮੇਰੇ ਵਰਗਾ ਉਹ ਮਸਜਿਦ ਵਿੱਚ ਜਾ ਕੇ ਕਵੇ ਜੀ ਮੈਂ ਤੇ ਕੜਾਹ ਪ੍ਰਸ਼ਾਦ ਚੜਾਉਣਾ ਹੈ, ਮੈਂ ਤੇ ਅਰਦਾਸ ਕਰਾਉਣੀ ਹੈ? ਕੀ ਉੱਥੋਂ ਦੇ ਲੋਕ ਕਹਿਣਗੇ ਨਹੀਂ ਵੀ ਭਾਈ ਸਾਹਿਬ ਤੁਸੀਂ ਗਲਤ ਆ ਗਏ ਹੋ, ਇਹ ਗੁਰਦੁਆਰੇ ਦੀ ਮਰਿਆਦਾ ਹੈ, ਇਹ ਮਸਜਿਦ ਦੀ ਮਰਿਆਦਾ ਨਹੀਂ ਹੈ। ਮੰਦਰ ਦੀ ਮਰਿਆਦਾ ਹੋਰ ਹੈ, ਚਰਚ ਦੀ ਮਰਿਆਦਾ ਹੋਰ ਹੈ। ਹੁਣ ਕੋਈ ਚਰਚ ਵਿੱਚ ਜਾ ਕੇ ਕਵੇ ਮੈਂ ਆਰਤੀ ਕਰਨੀ ਹੈ, ਕਿ ਉਹ ਸਮਝਾਉਣਗੇ ਨਹੀਂ ਕਿ ਭਾਈ ਇਹ ਤੇ ਮੰਦਰ ਦੀ ਮਰਿਆਦਾ ਹੈ? ਕੋਈ ਮੰਦਰ ਵਿੱਚ ਜਾ ਕੇ ਕਵੇ ਜੀ ਮੈਂ ਤੇ ਜੁਮੇ ਦੀ ਨਮਾਜ਼ ਪੜ੍ਹਨੀ ਹੈ, ਤਾਂ ਅਗਲੇ ਸਮਝਾਉਣਗੇ ਨਾ ਵੀ ਇਹ ਤਾਂ ਮਸਜਿਦ ਦੀ ਮਰਿਆਦਾ ਹੈ, ਤੁਹਾਨੂੰ ਮਸਜਿਦ ਵਿੱਚ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਗੁਰਦੁਆਰੇ ਆਉਂਦੇ ਹਾਂ, ਸਾਨੂੰ ਗੁਰਦੁਆਰੇ ਦੀ ਮਰਿਆਦਾ ਸਿੱਖਣੀ ਚਾਹੀਦੀ ਹੈ।
ਅਸੀਂ ਅਨਮਤਾਂ ਦੇ ਪੜ੍ਹੇ ਪੜ੍ਹਾਏ, ਸਿੱਖੇ ਸਿਖਾਏ। ਤੁਸੀਂ ਵੇਖਿਆ ਹੀ ਹੋਣਾ, ਕਈ ਤੇ ਮਹਾਰਾਜ ਦੇ ਸਾਹਮਣੇ ਖਲੋ ਕੇ ਹੀ ਉਹ ਆਪਣੇ ਮੂੰਹ ਨੂੰ ਹੱਥ ਲਾ ਲਾ ਕੇ ਪਤਾ ਨਹੀਂ ਕੀ ਵਿਸ਼ ਕਰਦੇ ਨੇ। ਪਤਾ ਨਹੀਂ ਬਾਬਾ ਜੀ ਨੂੰ ਫਲਾਈਂਗ ਕਿਸ ਕਰਦੇ ਨੇ ਸ਼ਾਇਦ। ਆ ਤੇ ਥੋੜਾ ਜਿਹਾ ਕਰੋਨੇ ਨੇ ਰਹਿਮ ਕੀਤਾ ਹੈ, ਨਹੀਂ ਤੇ 50 ਜਗ੍ਹਾ ਦੇ ਉੱਪਰ ਤਾਂ ਮੂੰਹ ਦੇ ਉੱਤੇ ਲੱਗੀ ਲਿਪਸਟਿਕ ਜਿਹੜੀ ਸੀ ਉਹ ਕਿਤੇ ਰੇਲਿੰਗ ਤੇ ਲੱਗੀ ਹੈ, ਕਿਤੇ ਥੜਾ ਸਾਹਿਬ ਤੇ ਲੱਗੀ ਹੈ, ਕਿਤੇ ਪੱਥਰ ਤੇ ਲੱਗੀ ਹੈ। ਜਦ ਕਈਆਂ ਨੂੰ ਵੇਖਿਆ ਹੋਣਾ ਉਹ ਸਾਹਮਣੇ ਖਲੋ ਕੇ ਜਿਵੇਂ ਕ੍ਰਿਸਚਨ ਕਰਦੇ ਨੇ ਉਹ ਇੱਦਾਂ ਕੀ ਕਰਨ ਲੱਗ ਜਾਂਦੇ ਨੇ। ਗੁਰੂ ਘਰ ਦੀ ਮਰਿਆਦਾ ਜਿਹੜੀ ਹੈ ਉਹ ਬਿਲਕੁਲ ਵੱਖਰੀ ਹੈ। ਇੱਥੇ ਤੁਸੀਂ ਆ ਕੇ ਜੋੜਾ ਉਤਾਰਨਾ ਹੈ, ਪੈਰ ਧੋਣੇ, ਹੱਥ ਧੋਣੇ ਨੇ, ਬੜੇ ਅਦਬ ਨਾਲ। ਦੋ ਹੱਥ ਜੋੜ ਕੇ ਗੁਰੂ ਨੂੰ ਮੱਥਾ ਟੇਕਣਾ ਹੈ। ਦੋ ਹੱਥ ਜੋੜ ਕੇ ਸੱਚੇ ਪਾਤਸ਼ਾਹ ਦੇ ਅੱਗੇ ਨਮਸਕਾਰ ਕਰਨੀ ਹੈ। ਫਿਰ ਬਾਅਦਬ ਬੈਠੀ ਹੋਈ ਸੰਗਤ ਵੱਲ ਆਪਣਾ ਅਦਬ ਭੇਟ ਕਰਨਾ ਹੈ, ਆਪਣਾ ਸਿਰ ਝੁਕਾਉਣਾ ਹੈ, ਗੁਰੂ ਦੀ ਪਰਿਕਰਮਾ ਕਰਨੀ ਹੈ ਤੇ ਮਹਾਰਾਜ ਦੇ ਦਰਬਾਰ ਵਿੱਚ ਸੱਜ ਜਾਣਾ ਹੈ। ਜਿੱਥੇ ਜਗ੍ਹਾ ਮਿਲੇ ਚੌਂਕੜੀ ਮਾਰ ਕੇ ਸਮਾਧੀ ਲਾ ਕੇ ਬਹਿ ਜਾਣਾ ਹੈ। ਫਿਰ ਜਿਹੜੀ ਉੱਥੇ ਮਰਿਆਦਾ ਚੱਲਦੀ ਹੈ ਉਹਦੇ ਵਿੱਚ ਸ਼ਾਮਲ ਹੋਣਾ ਹੈ, ਉਹਦੇ ਤੋਂ ਵੱਖਰੇ ਨਹੀਂ ਚੱਲਣਾ। ਪਰ ਅਸੀਂ ਤੇ ਬਹਿੰਦੇ ਆ ਸਾਰੀ ਆਪਣਾ ਮੋਬਾਈਲ ਕੱਢ ਲੈਂਦੇ ਆ। ਹੁਣ ਉਹਦੇ 'ਚ ਅਸੀਂ ਚੈਟ ਖੇਡਦੇ ਆ, ਉਹਦੇ ਵਿੱਚੋਂ ਅਸੀਂ ਪਾਠ ਕਰਦੇ ਆ। ਕਿ ਜਿਹੜੀ ਪਾਠ ਕਥਾ ਕੀਰਤਨ ਗੁਰੂ ਦੇ ਘਰ ਦੀ ਮਰਿਆਦਾ ਹੈ, ਕਿ ਇਹ ਕੋਈ ਵਾਧੂ ਸਮਾਚਾਰ ਨੇ, ਜਾਂ ਅਸੀਂ ਹੁੰਦਾ ਹੈ ਨਾ ਕਈ ਵਾਰੀ ਵੀ ਨਹੀਂ ਮੈਂ ਤਾਂ ਜੀ ਮੈਟਰਿਕ ਕਰ ਲਈ ਹੈ ਜੀ, ਮੈਂ ਤਾਂ ਗ੍ਰੈਜੂਏਸ਼ਨ ਕਰ ਲਈ ਹੈ ਜੀ, ਮੈਂ ਤਾਂ ਹੁਣ ਹਾਇਰ ਐਜੂਕੇਸ਼ਨ ਵਿੱਚ ਅੱਗੇ ਚਲਾ ਗਿਆ ਜੀ। ਸਾਨੂੰ ਗੁਰੂ ਦੇ ਘਰ ਵਿੱਚ ਆ ਕੇ ਸੁਣਨਾ ਚਾਹੀਦਾ ਹੈ। ਔਰ ਜੇ ਅਸੀਂ ਸੁਣਦੇ, ਕਿਉਂਕਿ ਰੱਬ ਨੇ ਮੂੰਹ ਇੱਕ ਦਿੱਤਾ ਹੈ, ਕੰਨ ਦੋ ਦਿੱਤੇ ਨੇ, ਬੋਲਣ ਨਾਲੋਂ ਡਬਲ ਸੁਣਨਾ ਚਾਹੀਦਾ ਹੈ। ਔਰ ਸੁਣਨਾ ਹੀ ਫਸਟ ਇਨਫੋਰਮੇਸ਼ਨ ਹੈ, ਵੇਖਣਾ ਨਹੀਂ ਹੈ, ਸੁਣਨਾ ਹੈ। ਜਾਣਕਾਰੀ ਦਾ ਜਿਹੜਾ ਪਹਿਲਾ ਸਰੋਤ ਹੈ ਉਹ ਕੰਨ ਨੇ। ਜਪਜੀ ਸਾਹਿਬ ਪੜ੍ਹ ਕੇ ਵੇਖ ਲਓ, ਪਹਿਲਾਂ ਪੌੜੀਆਂ ਸੁਣੇ ਦੀਆਂ ਆਉਂਦੀਆਂ ਨੇ। ਛੋਟਾ ਜਿਹਾ ਬੱਚਾ ਜਨਮ ਲੈਣ ਤੋਂ ਬਾਅਦ ਸਭ ਕੁਝ ਵੇਖ ਰਿਹਾ ਹੈ, ਪਰ ਉਸ ਨੂੰ ਕੁਝ ਵੀ ਪਤਾ ਨਹੀਂ ਹੈ। ਸੁਣ ਸੁਣ ਕੇ ਪਤਾ ਲੱਗਿਆ ਵੀ ਇਹਨੂੰ ਮਾਂ ਕਹਿਣਾ ਹੈ, ਇਹਨੂੰ ਪਿਤਾ ਕਹਿਣਾ ਹੈ, ਇਹਨੂੰ ਘਰ ਕਹਿਣਾ ਹੈ। ਜਿਹੜੀ ਮੈਂ ਚੀਜ਼ ਵੇਖ ਰਿਹਾ, ਇਹ ਸੋਫਾ ਹੈ, ਇਹ ਕੁਰਸੀ ਹੈ, ਇਹਨੂੰ ਚਮਚਾ ਕਹੀਦਾ, ਇਹ ਕੌਲੀ ਹੈ, ਵੇਖ ਕੇ ਨਹੀਂ ਪਤਾ ਲੱਗਿਆ, ਸੁਣ ਕੇ ਪਤਾ ਲੱਗਿਆ। ਵੇਖ ਕੇ ਗੱਲ ਪਕੜ ਵਿੱਚ ਨਹੀਂ ਆਈ, ਸੁਣ ਕੇ ਆਈ ਹੈ।
ਹੁਣ ਅਸੀਂ ਸੱਚੇ ਪਾਤਸ਼ਾਹ ਦੇ ਦਰ ਤੇ ਆਉਂਦੇ ਆ, ਉਮਰਾਂ ਬੀਤ ਗਈਆਂ, ਪਰ ਇਹ ਪ੍ਰਭਾਵ ਸਾਡੇ ਵਿੱਚੋਂ ਮੁੱਕਿਆ ਨਹੀਂ ਵੀ ਅੱਜ ਸੰਗਰਾਂਦ ਹੈ। ਇਸੇ ਕਰਕੇ ਲੜੀਵਾਰ ਸ਼ਬਦ ਜਿਹੜੀ ਬਾਣੀ ਹੈ, ਸ਼ਬਦ ਹੈ, ਉਸ ਨੂੰ ਹਰ ਮਹੀਨੇ ਬਾਅਦ ਰੋਕਿਆ ਜਾਂਦਾ ਹੈ। ਮਹੀਨੇ ਵਾਲਾ ਸ਼ਬਦ ਪੜ੍ਹਿਆ ਜਾਂਦਾ ਹੈ। ਹੁਣ ਸਭ ਨੂੰ ਇੰਨਾ ਹੀ ਪਤਾ ਹੈ ਵੀ ਅੱਜ ਭਾਦੋਂ ਦਾ ਮਹੀਨਾ ਚੜ੍ਹਿਆ ਹੈ। ਭਾਦੋਂ ਕਿਹਨੂੰ ਕਹਿੰਦੇ ਨੇ? ਕਿ ਭਾਦੋਂ ਜਿਹੜਾ ਹੈ ਉਹ ਸਿਰਫ ਅੱਜ 12 ਘੰਟੇ 24 ਘੰਟੇ 16 18 ਘੰਟੇ ਹੀ ਹੈ? ਨਹੀਂ, ਅਗਲੇ 30 31 ਦਿਨ ਹੈ। ਜੋ ਅੱਜ ਉਪਦੇਸ਼ ਸਾਨੂੰ ਪ੍ਰਾਪਤ ਹੋਣਾ ਹੈ ਕਿ ਇਹ ਉਪਦੇਸ਼ 1 2 4 5 10 ਦਿਨਾਂ ਵਾਸਤੇ 2 4 ਘੰਟਿਆਂ ਵਾਸਤੇ ਹੈ? ਨਹੀਂ ਭਾਈ, ਇਹ ਪੂਰੇ ਮਹੀਨੇ ਵਾਸਤੇ ਹੈ। ਇਹ ਗੱਲ ਗੁਰੂ ਸਾਹਿਬਾਨਾਂ ਨੂੰ ਵੀ ਪਤਾ ਸੀ। ਇਹੀ ਕਾਰਨ ਸੀ ਸਾਰਿਆਂ ਤੋਂ ਵੱਡੇ ਸਤਿਗੁਰੂ ਨੇ, ਜਿਨ੍ਹਾਂ ਦੀ ਆਪਣੀ ਹਯਾਤੀ 70 ਸਾਲ ਹੈ। ਅੱਜ ਅਸੀਂ ਸੋਚਦੇ ਵੀ ਸ਼ਾਇਦ ਕੋਈ 2 4 5 ਸਾਲਾਂ ਦੀ ਸਰਕਾਰ ਕੋਈ ਕਰਾਮਾਤ ਵਰਤਾ ਦੇਗੀ। ਨਹੀਂ, ਇਹਦਾ ਸੰਸਾਰ ਨਹੀਂ ਬਦਲਦਾ। 70 ਸਾਲ ਹਯਾਤੀ ਰਹੀ ਸਭ ਤੋਂ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ, ਔਰ ਉਹਨਾਂ ਨੇ ਆਪਣੇ ਨਾਲ ਹੀ ਇਹ ਜਿਹੜੀ ਸਰੀਰਕ ਗੁਰੂ ਵਾਲੀ ਪ੍ਰਣਾਲੀ ਸੀ, ਇਹਨੂੰ ਖਤਮ ਨਹੀਂ ਕੀਤਾ, ਵਿਰਾਮ ਨਹੀਂ ਦਿੱਤਾ, ਇਹਨੂੰ ਅੱਗੇ ਚਲਾਇਆ। ਅੱਗੇ ਹੀ ਨਹੀਂ ਚਲਾਇਆ। ਜਦੋਂ ਇਹ ਗੱਲ ਆਖੀ ਹੈ ਕਿ ਲੈਣਿਆ ਅਸੀਂ ਤਾਂ ਲੱਭ ਰਹੇ ਸਾਂ, ਕੋਈ ਆਪਣਾ ਮਿਲ ਜਾਏ ਅਸੀਂ ਉਹਦੇ ਵਿੱਚ ਟਿਕ ਜਾਈਏ। ਔਰ ਇਸ ਗੱਲ ਦੀ ਗਵਾਹੀ ਭਾਈ ਗੁਰਦਾਸ ਜੀ ਨੇ ਵੀ ਭਰੀ ਹੈ। ਸਾਨੂੰ ਸਿਰਫ ਇੱਦਾਂ ਲੱਗਦਾ ਕਿ ਬਾਬਾ ਗੁਰੂ ਨਾਨਕ ਵੇਲੇ ਸਨ, ਚਲੇ ਗਏ ਦੁਨੀਆ ਦੀ ਯਾਤਰਾ ਤੇ। ਨਹੀਂ, ਉਹਦੇ ਵਿੱਚ ਇੱਕ ਇਸ਼ਾਰਾ ਸਾਨੂੰ ਮਿਲਿਆ ਸੀ ਕਿ ਗੁਰਮੁਖ ਖੋਜਤ ਭੈ ਉਦਾਸੀ। ਮਲਟੀ ਫੰਕਸ਼ਨ ਸਨ ਉਸ ਯਾਤਰਾ ਦੇ, ਬੜੇ ਸਾਰੇ ਕਾਰਨ ਸਨ ਉਸ ਭਰਮਣ ਦੇ। ਉਹਦੇ ਵਿੱਚ ਇੱਕ ਕਾਰਨ ਇਹ ਵੀ ਸੀ ਕਿਸੇ ਗੁਰਮੁਖ ਦੀ ਤਲਾਸ਼। ਔਰ ਉਹ ਜਦੋਂ ਗੁਰਮੁਖ ਮਿਲ ਗਿਆ, ਕੇਵਲ ਉਸ ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾ ਕੇ ਗੱਦੀ ਨਹੀਂ ਦਿੱਤੀ, ਉਹਨੂੰ ਮੱਥਾ ਵੀ ਟੇਕਿਆ, ਉਹਦੀ ਪਰਿਕਰਮਾ ਵੀ ਕੀਤੀ। ਆਖਿਆ ਲਹਿਣਿਆ ਮੈਂ ਤੇਰੇ ਤੋਂ ਸਦਕੇ ਜਾਵਾਂ, ਮੇਰੀ ਤੈਨੂੰ ਨਮਸਕਾਰ ਹੈ ਕਿ ਤੂੰ ਮੈਨੂੰ ਆਪਣੇ ਵਿੱਚ ਬੈਠਣ ਦੀ ਥਾਂ ਦਿੱਤੀ ਹੈ। ਬੈਠਣ ਦੀ ਥਾਂ ਦਾ ਅਰਥ ਇਹ ਨਹੀਂ ਵੀ ਕੋਈ ਮਕਾਨ ਬਣਾਇਆ ਤਾਂ ਉਹਦੇ 'ਚ ਕਮਰਾ ਤੁਹਾਡਾ ਪਾ ਦਿੱਤਾ, ਉਹਦੇ 'ਚ ਤੁਹਾਡਾ ਬੈੱਡ ਲਾ ਦਿੱਤਾ ਵੀ ਲਓ ਜੀ ਤੁਸੀਂ ਇੱਥੇ ਰਹਿ ਲਓ ਜੀ, ਤੇ ਬਾਬਾ ਜੀ ਖੁਸ਼ ਹੋ ਗਏ। ਭਾਈ ਲਹਿਣੇ ਨੇ ਆਪਣੇ ਹਿਰਦੇ ਰੂਪੀ ਘਰ ਨੂੰ ਇਤਨਾ ਪਵਿੱਤਰ ਕੀਤਾ, ਇਤਨਾ ਸ਼ੁੱਧ ਕੀਤਾ, ਇੰਨੀ ਆਪਣੇ ਹਿਰਦੇ ਵਿੱਚ ਸੁਚਮਤਾ ਲੈ ਕੇ ਆਂਦੀ ਕਿ ਬਾਬੇ ਨਾਨਕ ਨੂੰ ਪਸੰਦ ਆ ਗਈ। ਕਹਿਣ ਲੱਗੇ ਮੈਂ ਤੇ ਇੱਥੇ ਹੀ ਰਹਿਣਾ ਹੈ। ਉਹਨਾਂ ਨੂੰ ਆਪਣੇ ਘਰ ਵਿੱਚ ਨਹੀਂ, ਆਪਣੇ ਹਿਰਦੇ ਵਿੱਚ ਉਹ ਸੇਜ ਬਣਾ ਕੇ ਦਿੱਤੀ, ਉਹ ਬਿਸਤਰ ਵਿਛਾ ਕੇ ਦਿੱਤਾ
ਉਦਾਂ ਦੀ ਉੱਚਮਤਾ ਸੁਚਮਤਾ ਪੈਦਾ ਕਰਕੇ ਦਿੱਤੀ ਕਿ ਜਨਮ ਸਾਖੀ ਦੇ ਕਰਤੇ ਨੇ ਕਿਹਾ ਕਿ ਬਾਬਾ ਮੜੀ ਨਾ ਗੋਰ ਗੁਰ ਅੰਗਦ ਕੇ ਹੀਏ ਮਾਹੇ, ਨਾ ਦੁਨੀਆ ਦੇ ਲੋਕੋ ਬਾਬੇ ਨੂੰ ਬਾਹਰ ਲੱਭਣ ਜਾਇਓ, ਉਹ ਗੁਰੂ ਅੰਗਦ ਦੇ ਹਿਰਦੇ ਵਿੱਚ ਬੈਠਾ ਜੇ। ਇਸ ਪ੍ਰਣਾਲੀ ਨੂੰ ਅੱਗੇ ਤੋਰਿਆ। ਕਿੰਨੇ ਸਾਲ? 239 ਸਾਲ। ਪਤਾ ਸੀ ਸਤਿਗੁਰਾਂ ਨੂੰ ਇਹ ਇਨਸਾਨ ਇੰਨੀ ਛੇਤੀ ਬਦਲਣ ਵਾਲਾ, ਸੁਧਰਨ ਵਾਲਾ, ਸਮਝਣ ਵਾਲਾ ਇਹ ਹੈ ਨਹੀਂ। ਇਹੋ ਹੀ ਕਾਰਨ ਸੀ ਕਿ ਇਸ ਗੁਰੂ ਪ੍ਰਣਾਲੀ ਨੂੰ ਅੱਗੇ ਚਲਾਇਆ। ਫਿਰ ਬਾਣੀ ਨੂੰ ਮਹਾਨਤਾ ਦਿੱਤੀ। ਜਿਹੜੇ ਜਿਹੜੇ ਬਚਨ ਗੁਰੂ ਸਾਹਿਬਾਨਾਂ ਨੇ ਉਚਾਰਨ ਕੀਤੇ ਉਹਨਾਂ ਨੂੰ ਸੰਭਾਲਿਆ। ਉਹਨਾਂ ਨੂੰ ਆਪਣੇ ਕੋਲ ਗੁਰੂ ਬਾਣੀ ਦੇ ਰੂਪ ਵਿੱਚ ਸੰਗ੍ਰਹਿ ਕੀਤਾ, ਇਕੱਤਰ ਕੀਤਾ। ਔਰ ਜਿਵੇਂ ਜਿਵੇਂ ਬਾਣੀ ਆਉਂਦੀ ਗਈ ਉਵੇਂ ਉਵੇਂ ਉਹਦੀ ਮਹਾਨਤਾ, ਉਹਦੀ ਵਡਿਆਈ ਵੀ ਪ੍ਰਗਟ ਹੁੰਦੀ ਗਈ। ਜੇ ਪੋਥੀਆਂ ਆਈਆਂ ਤੇ ਬਾਬੇ ਮੋਹਣ ਦੇ ਚੁਬਾਰੇ ਵਿੱਚ ਰੱਖੀਆਂ। ਬਾਬੇ ਮੋਹਣ ਜੀ ਦਾ ਇੱਕ ਪੱਖ ਅਸੀਂ ਸੁਣਦੇ ਹਾਂ ਵੀ ਉਹ ਤਾਂ ਜੀ ਬੜੇ ਰੁੱਖੇ ਸੀ ਜੀ। ਕਿਸੇ ਨੇ ਤਾਂ ਨਹੀਂ ਕਿਹਾ ਵੀ ਉਹ ਭਗਤੀ ਨਹੀਂ ਸੀ ਕਰਦੇ, ਉਹਨਾਂ ਦਾ ਮਿਲਣ ਵਰਤਨ ਘੱਟ ਸੀ। ਉਹ ਬਹੁਤਾ ਉਪਰਾਮਤਾ ਵਿੱਚ ਰਹਿੰਦੇ ਸੀ, ਪਰ ਕਦੇ ਥੋੜ੍ਹਾ ਸੁਣਿਆ ਵੀ ਉਹ ਤਾਂ ਜੀ ਬੁਰਾਈਆਂ ਕਰਦੇ ਸੀ, ਉਹ ਤਾਂ ਐਵੇਂ ਹੀ ਘੁੰਮਦੇ ਫਿਰਦੇ ਸੀ, ਉਹ ਤਾਂ ਚੰਗੇ ਕੰਮ ਨਹੀਂ ਸੀ ਕਰਦੇ। ਗੁਰੂ ਅਮਰਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਦੀ ਜਦੋਂ ਆਪਾਂ ਕਥਾ ਸੁਣਦੇ ਹਾਂ ਤੇ ਬਾਬਾ ਮੋਹਣ ਜੀ ਨੂੰ ਬਾਬੇ ਪਿਰਥੀ ਚੰਦ ਨਾਲ ਨਹੀਂ ਜੋੜਿਆ ਜਾ ਸਕਦਾ। ਬਾਬੇ ਪਿਰਥੀ ਚੰਦ ਜੀ ਦੀਆਂ ਜਿਹੜੀਆਂ ਊਣਤਾਈਆਂ ਨੇ, ਅਵੱਗਿਆ ਜਿਹੜੀਆਂ ਨੇ, ਉਹਨਾਂ ਦੀਆਂ ਗਲਤੀਆਂ ਜਿਹੜੀਆਂ ਨੇ, ਉਹ ਇੱਕ ਵੱਖਰਾ ਪੱਖ ਹੈ। ਬਾਬੇ ਮੋਹਣ ਜੀ ਦੀ ਬੜੀ ਮਹਿਮਾ ਹੈ। ਸ਼ਾਇਦ ਗੁਰਬਾਣੀ ਦੀ ਵਡਿਆਈ ਦੇ ਅਨੁਸਾਰ ਕਿ ਇਹ ਖਜ਼ਾਨਾ ਕਿੱਥੇ ਸੰਭਾਲਿਆ ਜਾਏ, ਇਹ ਬਾਬੇ ਮੋਹਣ ਦਾ ਚੁਬਾਰਾ ਹੀ ਜਿਹੜਾ ਸੀ ਨਾ, ਉਹ ਇੱਕ ਸੁਰੱਖਿਅਤ ਸੇਫ ਜਗ੍ਹਾ ਸੀ ਜਿੱਥੇ ਨਾ ਕੋਈ ਜਾ ਸਕਦਾ ਸੀ, ਨਾ ਹੀ ਉਹਨਾਂ ਪੋਥੀਆਂ ਦੇ ਵਿੱਚ ਕੋਈ ਮਿਲਾਵਟ ਕਰ ਸਕਦਾ ਸੀ। ਫਿਰ ਜਦੋਂ ਹਰਿਮੰਦਰ ਸਾਹਿਬ ਦਾ ਅਸਥਾਨ ਤਿਆਰ ਹੋ ਗਿਆ, ਫਿਰ ਇਹ ਬਾਣੀ ਦਾ ਖਜ਼ਾਨਾ ਇੱਕ ਗ੍ਰੰਥ ਦਾ ਰੂਪ ਧਾਰਨ ਕਰਦਾ ਹੈ ਔਰ ਉਸ ਹਰਿਮੰਦਰ ਦੇ ਵਿੱਚ ਇਹਦਾ ਪ੍ਰਕਾਸ਼ ਹੁੰਦਾ ਹੈ। ਉਹ ਬਾਣੀ ਅੱਜ ਗੁਰੂ ਦੇ ਘਰ ਵਿੱਚ ਪੜ੍ਹੀ ਜਾਂਦੀ ਹੈ, ਵਿਚਾਰੀ ਜਾਂਦੀ ਹੈ। ਚਾਹੀਦਾ ਤਾਂ ਇਹੀ ਸੀਗਾ ਕਿ ਇਸ ਬਾਣੀ ਨੂੰ ਸੁਣਦਿਆਂ, ਪੜ੍ਹਦਿਆਂ, ਗਾਉਂਦਿਆਂ, ਵਿਚਾਰਦਿਆਂ ਸਾਡੇ ਵਿੱਚ ਕੋਈ ਪਰਿਵਰਤਨ ਆਉਂਦਾ, ਜਾਂ ਸਾਨੂੰ ਇਸ ਗੱਲ ਦੀ ਸਮਝ ਆਉਂਦੀ ਕਿ ਇਹ ਜਿਹੜੇ ਦਿਨ ਹੁੰਦੇ ਨੇ, ਮਹੀਨੇ ਹੁੰਦੇ ਨੇ, ਇਹ ਕੇਵਲ ਇੱਕ ਕੈਲੰਡਰ ਹੁੰਦਾ ਹੈ। ਕੈਲੰਡਰ ਤੋਂ ਵੱਧ ਇਹਦੀ ਕੋਈ ਮਹਾਨਤਾ ਨਹੀਂ ਹੈ। ਅੱਜ ਆਪਾਂ ਭਾਦੋਂ ਕਹਿ ਦਈਏ, ਭਾਦੋਂ ਨਾ ਕਹੋ। ਜੇ ਤੁਹਾਨੂੰ ਮਹੀਨੇ ਦੇ ਪ੍ਰਤੀ ਕੋਈ ਵਹਿਮ ਭਰਮ ਹੋਵੇ ਤਾਂ ਅਗਸਤ ਕਹਿ ਦਿਓ।
16 ਤਰੀਕ ਕੱਲ ਸੀ। ਕੱਲ ਪਾਰਸੀਆਂ ਦਾ ਨਵਾਂ ਸਾਲ ਸ਼ੁਰੂ ਹੋਇਆ। ਵਪਾਰੀਆਂ ਦਾ ਜਿਹੜਾ ਨਵਾਂ ਸਾਲ ਹੈ ਉਹ 1 ਅਪ੍ਰੈਲ ਤੋਂ ਸ਼ੁਰੂ ਹੁੰਦਾ ਹੈ। ਜਿਹੜੇ ਸਨਾਤਨੀ ਨੇ ਉਹਨਾਂ ਦਾ 1 ਚੇਤਰ ਤੋਂ ਸ਼ੁਰੂ ਹੁੰਦਾ ਹੈ। ਜਿਹੜੇ ਅਸੀਂ ਨਾਨਕਸ਼ਾਹੀ ਵਾਲੇ ਹਾਂ ਸਾਡਾ ਵੀ 1 ਚੇਤਰ ਤੋਂ ਸ਼ੁਰੂ ਹੁੰਦਾ ਹੈ। ਜਿਹੜੇ ਇੰਗਲਿਸ਼ ਕੈਲੰਡਰ ਵਾਲੇ ਨੇ ਉਹਨਾਂ ਦਾ 1 ਜਨਵਰੀ ਤੋਂ ਸ਼ੁਰੂ ਹੁੰਦਾ ਹੈ। ਬੜੇ ਦੁਨੀਆ 'ਚ ਕੈਲੰਡਰ ਨੇ। ਇਹ ਕੈਲੰਡਰ ਨੇ। ਕੈਲੰਡਰਾਂ ਦਾ ਅਰਥ ਜਿਹੜਾ ਹੁੰਦਾ ਹੈ ਇਹ ਸਮੇਂ ਦਾ ਮਾਪ ਤੋਲ ਹੈ। ਇਹ ਦਿਨਾਂ ਦੀ ਜਮ੍ਹਾਂ ਘਟਾਓ ਹੈ। ਪਰ ਅਸੀਂ ਇਹ ਤਾਂ ਇਵੇਂ ਹੀ ਹੈ ਜਿਵੇਂ ਬੰਦਾ ਵਸਤੂ ਨੂੰ ਛੱਡ ਕੇ ਭਾਂਡਾ ਫੜ ਲਵੇ। ਇਹ ਮਾਈਆਂ ਤੋਂ ਸਿੱਖਣ ਦੀ ਲੋੜ ਹੈ। ਉਹੀ ਘਿਓ ਵਾਲਾ ਭਾਂਡਾ ਜਦੋਂ ਖਾਲੀ ਹੋਵੇ ਤੇ ਮਾਈਆਂ ਨੇ ਬਾਹਰ ਧੁੱਪੇ ਵਿਹੜੇ 'ਚ ਰੱਖਿਆ ਹੁੰਦਾ ਹੈ। ਪਰ ਉਸੇ ਭਾਂਡੇ ਵਿੱਚ ਜਦੋਂ ਘਿਓ ਪੈ ਜਾਏ ਤੇ ਪੁੱਛੋ ਵੀ ਬੇਬੇ ਹੁਣ ਤਾਂ ਇਹਨੂੰ ਬਾਹਰ ਰੱਖਣਾ ਹੈ ਵਿਹੜੇ 'ਚ? ਕਹਿਣਾ ਨਾ ਪੁੱਤ, ਇਹਨੂੰ ਅੰਦਰ ਰੱਖੋ। ਵਸਤੂ ਦੀ ਕੀਮਤ ਹੈ। ਵਸਤੂ ਦੇ ਨਾਲ ਭਾਂਡੇ ਦੀ ਵੀ ਕੀਮਤ ਹੈ, ਪਰ ਬਿਨਾਂ ਵਸਤੂ ਤੋਂ ਭਾਂਡੇ ਦੀ ਕੋਈ ਕੀਮਤ ਨਹੀਂ ਹੈ। ਬਿਨਾਂ ਵਸਤੂ ਤੋਂ ਬਰਤਨ ਦੀ ਕੋਈ ਕੀਮਤ ਨਹੀਂ ਹੈ। ਅੱਜ ਵੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਖੇਤ। ਇਹ ਗੁਰੂ ਪਿਤਾ ਜੀ ਦਾ ਇੱਕ ਢੰਗ ਹੈ। ਉਹ ਹੈ ਪ੍ਰਥਾਏ ਸਾਖੀ। ਉਹ ਜਦੋਂ ਵੀ ਬਚਨ ਕਰਦੇ ਨੇ ਕੋਈ ਨਾ ਕੋਈ ਪ੍ਰਮਾਣ ਦੇ ਕੇ, ਕੋਈ ਉਦਾਹਰਣ ਦੇ ਕੇ, ਕੋਈ ਦ੍ਰਿਸ਼ਟਾਂਤ ਦੇ ਕੇ, ਕਿਸੇ ਅਲੰਕਾਰੀ ਢੰਗ ਦੇ ਨਾਲ ਉਹ ਸਾਡੀ ਅਗਵਾਨੀ ਕਰਦੇ ਨੇ। ਭਾਦੋਏ ਮਹੀਨੇ ਦਾ ਨਾਂ ਹੈ। ਹੁਣ ਇਹ ਮਹੀਨਾ ਬਰਸਾਤ ਦਾ ਮਹੀਨਾ ਹੈ। ਪਹਿਲਾ ਨਹੀਂ ਦੂਜਾ ਹੈ, ਪਹਿਲਾ ਸਾਵਣ ਹੈ। ਹੁਣ ਇਹਦੇ ਵਿੱਚ ਤਰਾਕਟੇ ਵੀ ਆਉਂਦੇ ਨੇ, ਕੁੰਭੇ ਵੀ ਆਉਂਦੇ ਨੇ, ਹੁਮਸ ਵੀ ਆਉਂਦਾ ਹੈ। ਹੁਣ ਮੈਂ ਤਾਂ ਖੇਤੀਬਾੜੀ ਨਾਲ ਸੰਬੰਧਿਤ ਪਰਿਵਾਰ ਦਾ ਬੱਚਾ ਹਾਂ। ਸਾਡੇ ਤਾਂ ਬੜਾ ਸੌਖਾ ਜਿਹਾ ਇੱਕ ਸ਼ਬਦ ਬੋਲਿਆ ਜਾਂਦਾ ਸੀ। ਕਹਿੰਦੇ ਪੁੱਤਰ ਇਹ ਜਿਹੜੇ ਭਾਦੋਂ ਦੇ ਤਮਾਚੇ ਹੁੰਦੇ ਨੇ ਨਾ, ਚਮਾਸੇ ਹੁੰਦੇ ਨੇ, ਘੁੰਮੇ ਹੁੰਦੇ ਨੇ, ਹੁਮਸ ਹੁੰਦੇ ਨੇ, ਇਹਨਾਂ ਤੋਂ ਡਰਦੇ ਤਾਂ ਜੱਟ ਜ਼ਿਮੀਂਦਾਰ ਲੋਕ ਸਾਧ ਹੋ ਜਾਂਦੇ ਨੇ। ਇਹਦੇ 'ਚ ਕਈ ਵਾਰੀ ਇੱਦਾਂ ਦਾ ਵਕਤ ਵੀ ਆਉਂਦਾ ਵੀ ਮੀਂਹ ਪੈ ਜਾਂਦਾ ਹੈ ਤੇ ਮੀਂਹ ਹਟ ਜਾਂਦਾ ਹੈ, ਹਵਾ ਰੁਕ ਜਾਂਦੀ ਹੈ। ਜਦੋਂ ਧਰਤੀ ਫਿਰ ਆਪਣੀ ਤਪਸ਼ ਛੱਡਦੀ ਹੈ, ਉਹ ਵਕਤ ਇੱਦਾਂ ਦਾ ਵਕਤ ਹੁੰਦਾ ਹੈ ਕਿ ਬੰਦੇ ਨੂੰ ਖੁਦ ਹੀ ਲੱਗਦਾ ਵੀ ਮੇਰਾ ਕਿਤੇ ਹਾਰਟ ਹੀ ਨਾ ਫੇਲ ਹੋ ਜਾਏ, ਸਾਹ ਹੀ ਨਹੀਂ ਆਉਂਦਾ। ਪਸੀਨਾ ਪਾਣੀ ਵਾਂਗੂ ਚੱਲਦਾ ਹੈ। ਹਰ ਘੜੀ ਦਾ ਮੱਥੇ ਤੇ ਉਂਗਲ ਮਾਰੀਏ ਨਾ ਤੇ ਪੂਰੀ ਧਾਰ ਪਾਣੀ ਦੀ ਨਿਕਲ ਆਉਂਦੀ। ਫਿਰ ਇਸ ਵੈਦਰ ਨੂੰ, ਮੌਸਮ ਨੂੰ, ਇੱਦਾਂ ਦਾ ਜਿਹੜਾ ਵਾਤਾਵਰਨ ਹੈ, ਹੁਣ ਸਤਿਗੁਰੂ ਉਹਨੂੰ ਮੁੱਖ ਰੱਖ ਕੇ ਕਹਿੰਦੇ ਨੇ ਕਿ ਭਾਦੋਂ ਜਿਹੜਾ ਇਹ ਭਰਮ ਦਾ ਮਹੀਨਾ ਹੈ। ਇਹਦੇ 'ਚ ਕੋਈ ਪਤਾ ਨਹੀਂ ਹੁੰਦਾ ਵੀ ਤੁਸੀਂ ਬਾਹਰ ਕੱਪੜੇ ਸੁੱਕਣੇ ਪਾ ਕੇ ਜਾਓਗੇ, ਆਉਂਦਿਆਂ ਨੂੰ ਸੁੱਕੇ ਹੋਣਗੇ ਜਾਂ ਡਬਲ ਗਿੱਲੇ ਹੋਣਗੇ। ਕਦੋਂ ਮਗਰੋਂ ਕੋਈ ਬੱਦਲ ਦੀ ਟੁਕੜੀ ਆਵੇ ਤੇ ਸਾਰਾ ਕੁਝ ਜਲ ਥਲ ਕਰਕੇ ਚਲੀ ਜਾਏ, ਇਹ ਵੀ ਕੋਈ ਪਤਾ ਨਹੀਂ। ਇਹਦਾ ਸਾਵਣ 'ਚ ਨਹੀਂ ਮੰਨਿਆ ਜਾਂਦਾ, ਭਾਦਰੋਂ 'ਚ ਹੁੰਦਾ ਹੈ। ਇਹ ਵੀ ਮੰਨਿਆ ਜਾਂਦਾ ਵੀ ਇਹ ਤਾਂ ਵੱਟ ਦੇ ਨਾਲ ਵੱਟ ਮੀਂਹ ਛੱਡ ਜਾਂਦਾ ਹੈ। ਇੱਕ ਕਿੱਲੇ ਵਿੱਚ ਮੀਂਹ ਪੈ ਰਿਹਾ ਹੁੰਦਾ, ਦੂਜੇ ਕਿੱਲੇ 'ਚ ਬੰਦਾ ਖਲੋ ਕੇ ਵੇਖ ਰਿਹਾ ਹੁੰਦਾ ਵੀ ਉਹ ਮੀਂਹ ਪੈ ਰਿਹਾ।
कई बार जिमींदार लोगों का रोण भी निकल जाता भी उधर पैना मेरे वाल भी आ जा, क्योंकि खेती वो भी सुकरी होंगी है। सच्चे पातशाह ने इत्थे भादों शब्द महीने का नाम है, भरम पैदा होने वाले भुलेखियां का नाम है। इनू साखी बना के सच्चे पातशाह महाराज कहते ने भुलाणियां बंदिया तेरे जीवन दे विच भुलाणियां पैदा हो सकदियां ने, ये चेता रखी। बड़ा सुचेत रवी जदों भादरों का महीना आवे, भादरों दे भरम तेरे विच भुलेखे पैदा कर सकते ने, और वो भुलेखे तैनू किते दे किते लैके जा सकते हैं। दूजे लगा हेत तेरा प्यार मूल नालों टुट के, सच नालों टुट के किसी होर नाल भी बन सकता है। तेरी लगन किसी होर नाल हो सकती है। हुण सतगुरु की बाणी नूं पढ़ो। हुण जदों इहदी व्याख्या विच जाओगे तो माधवे क्या कहिए भ्रम ऐसा। ही परमात्मा भरम दे बारे की कहना चाहिए, किहो जिहा है। देखो सानू कुछ शब्द आउंदे ने, पर उन्हां दा जिहड़ा मूल अर्थ है वो नहीं आउंदा, उहदा भाव नहीं पता सन, जां उहदे विच जिहड़ी सेंस हुंदी है सानू उहदे बारे कोई नॉलेज नहीं हुंदी। भादरों दे भरम विच पिया मनुख भुल जाएगा, उहदा प्यार किसी होर नाल जुड़ जाएगा। ऐसा क्यों होएगा? इस करके माधवे क्या कहिए भ्रम ऐसा। ते अगों जवाब मिलिया, जैसा मानीए होए ना तैसा। भरम का इको ही दोष है। हुण ये तुहाडी जिंदगी का बड़ा नेड़े का शब्द है। क्यों बई? तू ये गल कीती मेरे बारे? कहंदा नहीं मैनू पता लगे। असी फिर की कहने हैं? नहीं वीर जी, ये सिर्फ तुहाडे मन का भरम है। भरम का अर्थ ही है कि जिथे हकीकत नहीं है। रस्सी नूं सप समझना ये भरम है, सप नूं सप समझना भरम नहीं है। बस इन्ना ही ये भेद है। रात दे अंधेरे विच एक पई हुई रस्सी नूं सप समझ लेना ये भरम है। पर जे वो रस्सी नहीं सप है तो फिर भरम नहीं है, फिर तो सच है। भरम का अर्थ ही ये है कि गल है कोई नहीं, पर साडे मन ने बना ली, साडे अंदर वो गल जिहड़ी घर कर गई। अच्छा, फिर बजुर्ग की कहते ने? कहते पुत्र हर बीमारी का इलाज है, भरम का इलाज कोई नहीं है। इस वहम का कोई इलाज नहीं है, इसकी दवाई नहीं बनी कोई अजे तक। जदों असी भरम में चले जाइए, भुलेखे में चले जाइए, और ये मत सोचना कि किसी प्रति है। कई बारी ये भरम बंदे नूं अपने प्रति भी हो जाता है भी मेरे जिन्ना सियाणा कौन है, मेरे जिन्ना अमीर कौन है, मेरे जिन्नी अकल किनू है। एक हुंदा है भरम दूजियां दे प्रति, नहीं कईयां नूं अपने प्रति भी भरम है। आप ही भुलेखे च तुरे फिरदे ने भी आ सारी दुनिया मेरे मगर है, ये भी एक भरम है। आ सारा झाम दाम मेरे करके है, ये भी एक भरम है भी पता नहीं मेरे करके संसार तुरया जाता है ना। इस संसार विच तू एक है, तेरे वर्गे इत्थे कई ने।
ਭਾਦਰੋਂ ਦਾ ਮਹੀਨਾ ਆਇਆ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਭਰਮ ਵਿੱਚ ਨਾ ਪਵੀਂ, ਭੁੱਲ ਨਾ ਜਾਵੀਂ। ਇਹ ਨਾ ਹੋਵੇ ਕਿ ਤੇਰਾ ਪ੍ਰੇਮ ਪਿਆਰ ਕਿਸੇ ਦੂਜੇ ਨਾਲ ਜੁੜ ਜਾਏ। ਦੂਜਾ ਕੌਣ ਹੈ ਜੀ? ਦੂਜੇ ਦਾ ਅਰਥ ਹੈ ਕੋਈ ਹੋਰ, ਜਿਹਦੇ ਨਾਲ ਤੇਰਾ ਪ੍ਰੇਮ ਹੋਣਾ ਚਾਹੀਦਾ ਹੈ, ਪਿਆਰ ਹੋਣਾ ਚਾਹੀਦਾ ਹੈ, ਉਹਦੇ ਤੋਂ ਮੂਲ ਤੋਂ ਟੁੱਟ ਜਾਣਾ। ਤੇ ਜਿਹੜਾ ਬੰਦਾ ਮੂਲ ਤੋਂ ਹੀ ਟੁੱਟ ਗਿਆ, ਇਹਨੂੰ ਕਹਿੰਦੇ ਨੇ ਮੁੱਢੋਂ ਕੋਥਾ ਜਾਏ। ਮੁੱਢ ਤੋਂ ਹੀ ਸਟਾਰਟਿੰਗ ਹੀ ਗਲਤ ਹੋ ਗਈ, ਸ਼ੁਰੂਆਤ ਹੀ ਗਲਤ ਹੈ। ਜਦੋਂ ਤੁਹਾਡੀ ਲੇਜਰ ਬੁੱਕ ਦੇ ਵਿੱਚ, ਤੁਹਾਡੇ ਹਿਸਾਬ ਕਿਤਾਬ ਦੇ ਵਿੱਚ, ਤੁਹਾਡੇ ਘਰ ਦੇ ਕਿਸੇ ਚੱਲਣ ਵਾਲੇ ਬਿਜਲੀ, ਪਾਣੀ, ਇਹਨਾਂ ਸਿਸਟਮਾਂ ਦੇ ਵਿੱਚ ਕਿਤੇ ਫਾਲਟ ਆਉਂਦਾ ਹੈ, ਤਾਂ ਕਹਿੰਦੇ ਉਹ ਫਿਰ ਸਿਆਣੇ ਅੱਗੋਂ ਕਹਿੰਦੇ ਨੇ ਜੀ ਵੇਖਣਾ ਪਏਗਾ। ਤੇ ਫਿਰ ਪਤਾ ਲੱਗਦਾ ਨਹੀਂ ਜੀ ਇਹ ਤੇ ਮੂਲ ਤੋਂ ਹੀ ਸੀ, ਤੁਹਾਡੇ ਘਰ ਬਿਜਲੀ ਚਲੀ ਗਈ। ਫਿਰ ਜਾ ਕੇ ਪਤਾ ਲੱਗਾ ਵੀ ਮਗਰ ਤਾਂ MC ਡਿੱਗੀ ਹੋਈ ਸੀ, ਮੁੱਢੋਂ ਹੀ। ਹੁਣ ਜਦੋਂ MC ਡਿੱਗ ਪਈ ਤੇ ਸਪਲਾਈ ਬੰਦ ਹੋ ਗਈ ਪੂਰੇ ਘਰ ਦੀ। ਹੁਣ ਐਵੇਂ ਘਰ ਦੇ ਬਟਨ ਠਾਂ ਤਾਂ ਕਰਕੇ, ਟਿਊਬਾਂ ਲਾ ਕੇ, ਬਲਬ ਚੇਂਜ ਕਰਕੇ ਉਹਦੇ ਨਾਲ ਕੀ ਹੋਏਗਾ? ਕੁਛ ਵੀ ਨਹੀਂ ਹੋਏਗਾ। ਜੇ ਮਗਰੋਂ ਹੀ ਫਿਊਜ਼ ਉੱਡ ਗਿਆ ਤਾਂ ਕੀ ਕਰੋਗੇ? ਜੇ ਮਗਰੋਂ ਹੀ ਤਾਰਾਂ ਗਲਤ ਜੁੜ ਗਈਆਂ ਤੇ ਫਿਰ ਤਾਂ ਗੱਲ ਹੀ ਗਈ ਆਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਧਰਮ ਹੈ ਇਹ ਵੇ ਆਫ ਲਾਈਫ ਹੈ, ਇੱਕ ਜ਼ਿੰਦਗੀ ਜਿਉਣ ਦਾ ਇੱਕ ਸਫਲ ਰਸਤਾ ਹੈ। ਇਸ ਸਫਲ ਜੀਵਨ ਦਾ, ਸੁਖੀ ਜੀਵਨ ਦਾ ਇੱਕ ਢੰਗ ਹੈ, ਇੱਕ ਖਜ਼ਾਨਾ ਹੈ। ਅਸੀਂ ਤਾਂ ਮੁੱਢੋਂ ਹੀ ਭੁੱਲੇ ਹੋਏ ਹਾਂ। ਕੋਈ ਵਿਅਕਤੀ ਦੱਸ ਦੇ ਕਿ ਮੈਂ ਧਰਮ ਨੂੰ ਇਸ ਕਰਕੇ ਅਪਣਾਇਆ ਹੈ ਕਿ ਮੈਨੂੰ ਤਾਂ ਹੁਣ ਪਤਾ ਲੱਗਾ ਕਿ ਜੀ ਜ਼ਿੰਦਗੀ ਸਫਲ ਵੀ ਹੋ ਜਾਂਦੀ ਹੈ ਤੇ ਸੁਖੀ ਵੀ ਹੋ ਜਾਂਦੀ ਹੈ। ਧਰਮ ਦੇ ਵਿੱਚ ਆ ਕੇ ਮੰਗਣ ਦੀ ਲੋੜ ਕੁਝ ਨਹੀਂ ਹੈ। ਫਿਰ ਮੰਗਣ ਦੀ ਲੋੜ ਨਹੀਂ ਹੈ। ਤੁਸੀਂ ਧਰਮ ਦੇ ਰਸਤੇ ਤੇ ਤੁਰੋ ਤਾਂ ਫਿਰ ਕੀ ਹੋਏਗਾ? ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਮੈਨੂੰ ਇਹ ਗੱਲ ਬੜੀ ਸੌਖੀ ਜੀ ਇੱਦਾਂ ਸਮਝ ਆਈ ਹੈ ਕਿ ਅੰਮ੍ਰਿਤਸਰ ਸਾਹਿਬ ਦੇ ਰਸਤੇ ਤੇ ਤੁਰ ਪਵੋ, ਪਾਣੀਪਤ ਆਪ ਹੀ ਆ ਜਾਏਗਾ, ਕਰਨਾਲ ਵੀ ਆ ਜਾਏਗਾ, ਅੰਬਾਲਾ ਵੀ ਆ ਜਾਏਗਾ, ਲੁਧਿਆਣਾ ਵੀ ਆ ਜਾਏਗਾ, ਜਲੰਧਰ ਵੀ ਆ ਜਾਏਗਾ। ਇਹ ਚੀਜ਼ਾਂ ਤੁਹਾਡੀ ਜ਼ਿੰਦਗੀ ਵਿੱਚ ਆਪਣੇ ਆਪ ਆਉਣੀਆਂ ਨੇ। ਰਿਧੀਆਂ, ਸਿੱਧੀਆਂ, ਨਿਧੀਆਂ। ਤੈਂਡੇ ਸਿਮਰਨ ਹਬ ਕਿਛ ਲੱਦਮ। ਉਹ ਪਾਠ ਸ਼ੁਰੂ ਤਾਂ ਕਰੋ। ਗਿਆਨੀ ਜੀ ਕਿਹੜਾ ਪਾਠ ਕਰੀਏ? ਪੁੱਛੋ ਵੀ ਅੱਗੇ ਕਿਹੜਾ ਕੀਤਾ? ਅੱਗੇ ਕੀਤਾ ਕੋਈ? ਅੱਗੇ ਵੀ ਨਹੀਂ ਕੀਤਾ। ਕਿਹੜੇ ਗੁਰਦੁਆਰੇ ਜਾਣਾ ਚਾਹੀਦਾ? ਪੁੱਛੋ ਪਹਿਲਾਂ ਕਿਹੜੇ ਗੁਰਦੁਆਰੇ ਦੀ ਤੁਸੀਂ ਤੁਰ ਕੇ ਸੜਕ ਨੀਵੀਂ ਕੀਤੀ ਹੈ? ਤੁਰੇ ਤੇ 4 ਦਿਨ ਨਹੀਂ ਕਿਸੇ ਗੁਰਦੁਆਰੇ ਨੂੰ। ਆਪਾਂ ਬਹਿ ਜਾਈਏ ਤੇ ਘੜੀ ਦੀ ਵੇਖੀ ਜਾਈਦੀ ਹੈ, ਬਾਬਾ ਕਦੋਂ ਚੁੱਪ ਕਰੂਗਾ? ਪਤਾ ਨਹੀਂ, ਬਾਬੇ ਦੀ ਕਥਾ ਹੀ ਨਹੀਂ ਮੁੱਕਦੀ। ਪਤਾ ਨਹੀਂ ਸੰਗਤ ਆਈ ਜਾਂਦੀ ਤਾਂ ਬਾਬਾ ਬੋਲੀ ਜਾਂਦਾ। ਸਾਨੂੰ ਨਹੀਂ ਪਤਾ। ਧਰਮ ਪ੍ਰੇਮ ਦਾ ਸਬਜੈਕਟ ਹੈ। ਪ੍ਰੇਮ ਗਿਣਤੀਆਂ ਮਿਣਤੀਆਂ ਦਾ ਸਬਜੈਕਟ ਨਹੀਂ ਹੈ। ਵੇਖੋ, ਲੇਖੇ ਜੋਖੇ ਦੇ ਵਿੱਚ ਵਿਹਾਰ ਹੋ ਸਕਦਾ, ਪਿਆਰ ਨਹੀਂ ਹੋ ਸਕਦਾ। 24 ਘੰਟੇ ਤੁਸੀਂ ਕਿਸੇ ਬੰਦੇ ਨਾਲ ਕਾਪੀ ਪੈਨ ਲੈ ਕੇ ਵਰਤੋਗੇ ਤਾਂ ਤੁਸੀਂ ਚੰਗੇ ਵਪਾਰੀ ਅਖਵਾਓਗੇ, ਪਰ ਜਦੋਂ ਪਿਆਰ ਦੀ ਗੱਲ ਆਏਗੀ ਉੱਥੇ ਇਹ ਚੀਜ਼ਾਂ ਤੁਹਾਨੂੰ ਛੱਡਣੀਆਂ ਪੈਣਗੀਆਂ।
ਪਿਆਰ ਵਿੱਚ ਵਿਹਾਰ ਨਹੀਂ ਹੁੰਦਾ। ਤੇ ਜੇ ਵਿਹਾਰ ਵਿੱਚ ਪਿਆਰ ਲੈ ਆਓਗੇ ਤੇ ਸਭ ਗੜਬੜ ਹੋ ਜਾਏਗੀ। ਆਸ਼ਿਕ ਇਹ ਨਾ ਆਖੀਐ ਜੇ ਲੇਖੇ ਵਰਤੇ ਸੋਏ। ਇੰਨੇ ਪਾਠ ਕਰ ਲਏ ਜੀ, ਇੰਨੇ ਦਿਨ ਮੈਨੂੰ ਗੁਰਦੁਆਰੇ ਹੋ ਗਿਆ ਜੀ, ਇੰਨਾ ਟਾਈਮ ਮੈਨੂੰ ਬੈਠਿਆ ਹੋ ਗਿਆ ਜੀ, ਚੰਗਾ ਆਸ਼ਿਕ ਹੈ ਬਈ ਤੂੰ। ਆ ਹੁਣੇ ਕੀਰਤਨ ਸੁਣਿਆ। ਆਸ਼ਿਕ ਇਹ ਨਾ ਆਖੀਐ, ਇੱਦਾਂ ਦੇ ਆਸ਼ਿਕ ਹੁੰਦੇ ਨੇ ਜੇ ਲੇਖੇ ਵਰਤੇ ਸੋਏ। ਜਦੋਂ ਤੁਸੀਂ ਪਿਆਰ ਦੇ ਵਿੱਚ ਕਿਤੇ ਹੋਟਲ ਤੇ ਬਹਿ ਕੇ ਵੀ ਰੋਟੀ ਖਾਂਦੇ ਹੋ, ਹਾਲਾਂਕਿ ਮੈਂ ਇਹਨੂੰ ਗਲਤੀ ਸਮਝਦਾ, ਜਦੋਂ ਬਿੱਲ ਆਵੇ ਨਾ ਕੋਈ ਨਹੀਂ ਪੜ੍ਹਦਾ ਕਿ ਬਿੱਲ ਠੀਕ ਹੈ। ਇਹ ਅੱਜ ਤੋਂ ਧਿਆਨ ਵੀ ਰੱਖਿਓ ਜੇ। ਆਪਾਂ ਬਿੱਲ ਦੇਣ ਲਈ ਲੜਨਾ ਸ਼ੁਰੂ ਕਰ ਦਿੰਦੇ ਆ, ਨਹੀਂ ਨਹੀਂ ਭਾਜੀ ਮੈਨੂੰ ਦਿਓ ਨਾ, ਉਹ ਕਹਿੰਦਾ ਜੀ ਮੈਨੂੰ ਦਿਓ। ਭਾਵੇਂ ਬੋਤਲਾਂ ਪਾਣੀ ਦੀਆਂ 3 ਦੀ ਥਾਂ 5 ਲਿਖੀਆਂ ਹੋਣ, ਰੋਟੀਆਂ 2 ਦੀ ਥਾਂ ਭਾਵੇਂ ਗੁਆਂਢੀ ਦੇ ਟੇਬਲ ਦੀਆਂ ਵੀ ਲਿਖੀਆਂ ਹੋਣ, ਦਾਲ ਸਬਜ਼ੀ ਭਾਵੇਂ ਜਿਹੜੀ ਨਹੀਂ ਖਾਧੀ ਉਹਦਾ ਵੀ ਬਿੱਲ ਉਹਦੇ ਵਿੱਚ ਹੋਵੇ। ਇਹ ਅੱਜ ਤੋਂ ਬਾਅਦ ਕਦੇ ਗਰੋਸਰੀ ਵੀ ਲੈ ਕੇ ਆਓ ਨਾ ਘਰ, ਤੇ ਉਹਦੀ ਸਮਾਨ ਦੀ ਚੈਕਿੰਗ ਜ਼ਰੂਰ ਕਰਿਆ ਕਰੋ। ਕਿਲੋ ਦੀ ਥਾਂ 2-2 ਕਿਲੋ ਦੇ ਬਿੱਲ ਪਾਏ ਹੁੰਦੇ ਨੇ। ਇਹ ਅਮਰੀਕਾ ਦੀ ਵੀ ਧਰਤੀ ਹੈ, ਮੈਂ ਤਾਂ ਉੱਥੋਂ ਇਹ ਗੱਲ ਪਕੜੀ ਹੈ ਨਾ। ਪਰ ਅੱਜ ਦੀ ਜਿਹੜੀ ਵਿਚਾਰ ਉਹਦੇ ਵਿੱਚ ਮੇਰੀ ਸਿਰਫ ਇੰਨੀ ਬੇਨਤੀ ਹੈ ਕਿ ਜਦੋਂ ਤੁਸੀਂ ਪਿਆਰ ਵਿੱਚ ਰੋਟੀ ਖਾਣ ਲਈ ਬੈਠੇ ਤੇ ਬਿੱਲ ਦੇਣ ਲਈ ਲੜੇ ਹੋ, ਰੋਟੀਆਂ ਗਿਣੀਆਂ ਨਹੀਂ ਕਿ ਤੂੰ 2 ਖਾਧੀਆਂ ਮੈਂ 1 ਖਾਧੀ ਹੈ, ਤੂੰ ਆਪਣਾ ਬਿੱਲ ਦੇ ਮੈਂ ਆਪਣਾ ਬਿੱਲ ਦਿਆਂ, ਨਹੀਂ। ਇਹਨੂੰ ਹੀ ਪਿਆਰ ਕਹਿੰਦੇ ਨੇ। ਪਿਆਰ ਵਿੱਚ ਲੇਖਾ ਜੋਖਾ ਨਹੀਂ ਹੋ ਸਕਦਾ। ਪਿਆਰ ਦੇ ਵਿੱਚ ਹਿਸਾਬ ਕਿਤਾਬ ਹੈ ਹੀ ਨਹੀਂ ਹੈ। ਜੇ ਭਾਦੋਂ ਦੇ ਮਹੀਨੇ ਦਾ ਉਪਦੇਸ਼ ਸੁਣਨਾ ਹੈ, ਹੁਣ ਪਤਾ ਨਹੀਂ ਆਪਾਂ ਇੱਦਾਂ ਕਥਾ ਸੁਣਨ ਆਏ ਵੀ ਆ ਕਿ ਨਹੀਂ ਆਏ। ਬਹੁਤੀ ਵਾਰੀ ਤਾਂ ਆਪਾਂ ਹੀ ਆਉਂਦੇ ਆ ਵੀ ਬਾਬਾ ਜੀ 2 ਸੇਬ ਦੇ ਦੇਣ, 2 ਕੇਲੇ ਦੇ ਦੇਣ, ਸਾਡੇ ਘਰ 2 ਪੋਤਰੇ ਹੋ ਜਾਣ, ਜਾਂ ਬਾਬਾ ਜੀ ਦੱਸ ਦੇਣ ਵੀ ਕਿੱਥੇ ਖੰਭ ਲਾਈਦਾ, ਕਿਹੜੇ ਬਾਬਾ ਜੀ ਖੰਭ ਲਾਉਂਦੇ ਨੇ, ਫੰਬਾ ਦੇ ਦਿਓ ਜੀ। ਫੰਬਾ ਪ੍ਰਸ਼ਾਦ ਵੀ ਹੈ, ਜਿਵੇਂ ਸਾਡਾ ਫੁੱਲ ਪ੍ਰਸ਼ਾਦ ਹੈ, ਫੁੱਲ ਦੇ ਦਿਓ, ਪਾਗੇ 'ਚ ਟੁੰਗ ਲਿਆ, ਬਸ ਠੀਕ ਹੈ। ਵਾਕੀ ਟਾਕੀ ਸ਼ੁਰੂ ਹੋ ਗਈ ਰੱਬ ਨਾਲ। ਭਾਵਨਾਵਾਂ ਤੱਕ ਇਹ ਗੱਲਾਂ ਬਹੁਤ ਅੱਛੀਆਂ ਨੇ, ਪਰ ਧਰਮ ਇੱਥੇ ਖਤਮ ਨਹੀਂ ਹੁੰਦਾ। ਸੱਚੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ ਕਿ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਲੱਖਾਂ ਕੀਤੇ ਧਰਮ ਦੇ ਕਰਮ, ਲੱਖਾਂ ਧਾਰਨ ਕੀਤੇ ਧਾਰਮਿਕ ਚਿੰਨ੍ਹ ਬਿਲਕੁਲ ਵਿਅਰਥ ਹੋ ਗਏ ਜੇ ਤੁਹਾਡਾ ਮੁੱਢੋਂ ਪਿਆਰ ਹੀ ਕਿਤੇ ਹੋਰ ਚਲਾ ਗਿਆ। ਚਾਲੇ ਥੇ ਹਰ ਮਿਲਣ ਕੋ बीचे अटक्यो चीत, सिख साखा बहुते किए केसो कियो ना मीत। यार दोस्त बड़े बना ले, यात्रा ते तुरे ट्रक भर लिया पिंड दे लोकां दा, पर चले ते सी तुसी गुरु कलगीधर पातशाह दे दर्शन करन। हजूर साहब चले सी मिलन भी गुरु कलगीधर पातशाह कहंदे उड़ीकदे ने भाई अपने सिख नूं, पर सिख साखा बहुते किए केसो कियो ना मीत। चाले थे हर मिलन को बीचे अटक्यो चीत। सारा जोर प्रबंध ते ही लग गया भी उत्थे अगे सरां दा प्रबंध करना है, उत्थे कंबलों का प्रबंध करना है, उत्थे नाश्ते का प्रबंध करना है, उत्थे लंच का प्रबंध करना है, तो थोड़ी थोड़ी घूमी घूमी भी करनी है। तो घरों तुरे सी यात्रा ते भी रब दे घर चले असीं, वो गल तो सारी राह च रह गई। लख शिंगार बनाया कारज नाही केत, जित दिन दे बिनस सी तित वेले कहसन प्रेत। बंदिया जिस दिन तेरा शरीर मिट्टी होएगा तेनू प्रेत कहणगे लोग, गुजर गया है, अपवित्र है। पकड़ चलाएन दूत जम किसे ना देनी भेत। जमदूत लै जाणगे कि मगर किसी को कोई इन्फॉर्मेशन नहीं होएगी, कोई इंटीमेशन नहीं है।
ਆ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਉਹ ਗੱਲਾਂ ਸਾਡੇ ਲਈ ਬੇਫਜ਼ੂਲ ਨੇ। ਉਹਦਾ ਕਾਰਨ ਹੈ ਵੀ ਸਾਨੂੰ ਆਦਤ ਹੀ ਨਹੀਂ। ਹੁਣ ਵੇਖੋ ਨਾ, ਇੱਕ ਬੰਦਾ ਦੁਨੀਆ ਤੋਂ ਚਲਾ ਗਿਆ, ਪਤਾ ਹੀ ਨਹੀਂ ਕਿੱਥੇ ਗਿਆ, ਤੇ ਘਰ ਦੇ ਇੱਕ ਥਾਲੀ, ਕੌਲੀ, ਚਮਚਾ, ਚੱਪਲ, ਛਤਰੀ, ਰਜਾਈ, ਤਲਾਈ, ਚਾਦਰਾਂ, ਉਹ ਪੂਰਾ ਸਮਾਨ ਬੰਨੀ ਫਿਰਦੇ ਨੇ। ਪੁੱਛੋ ਘੱਲਣਾ ਕਿੱਥੇ ਹੈ? ਪਤਾ ਲੱਗਾ ਵੀ ਆਪਣਾ ਬਜ਼ੁਰਗ ਗਿਆ ਕਿੱਥੇ ਹੈ। ਹੁਣ ਇਹਦਾ ਅਰਥ ਕੀ ਹੈ? ਇਹਦਾ ਅਰਥ ਹੈ ਵੀ ਅਸੀਂ ਵਾਕਈ ਗਵਾਰ ਹਾਂ। ਥਿੱਤੀ ਵਾਰ ਸੇਵੈ ਮੁਗਧ ਗਵਾਰ, ਡੰਗਰ ਪਸ਼ੂ ਆਸੀ। ਪਤਾ ਹੈ ਕੋਈ ਨਹੀਂ ਬਾਪੂ ਕਿੱਥੇ ਗਿਆ ਹੈ, ਪਰ ਫਿਰ ਥਾਲੀ, ਕੌਲੀ, ਚਮਚਾ, ਚੱਪਲ, ਰਜਾਈ, ਤਲਾਈ, ਇੰਨਾ ਸਮਾਨ ਇਕੱਠਾ ਕੀਤਾ ਮਗਰ ਭੇਜਣ ਲਈ ਵੀ ਪਤਾ ਹੈ ਕਿੱਥੇ ਗਿਆ। ਕੀ ਤੁਹਾਨੂੰ ਉੱਥੋਂ ਦਾ ਜਿਪ ਕੋਡ ਪਤਾ ਹੈ? ਜਿੱਥੇ ਕੋਰੀਅਰ ਘੱਲਣਾ ਹੈ, ਜਿੱਥੇ ਡਾਕਖਾਨੇ ਸਮਾਨ ਘੱਲਣਾ ਹੈ, ਉਹ ਸਪਲਾਈ ਕੌਣ ਲੈ ਕੇ ਜਾਏਗਾ? ਕੋਈ ਪਤਾ ਨਹੀਂ, ਫਿਰ ਵੀ ਚੱਲੀ ਜਾਂਦਾ। ਤੇ ਜੇ ਕਹਿ ਦਿਓ ਵੀ ਭਾਈ ਇਹ ਚੀਜ਼ਾਂ ਨਹੀਂ ਠੀਕ, ਗਿਆਨੀ ਜੀ ਹਾਂਜੀ ਸਾਨੂੰ ਪਤਾ ਹੈ ਜੀ, ਇਹ ਗੁਰਦੁਆਰੇ ਕੰਮ ਆ ਜਾਣਗੀਆਂ। ਤੇ ਗੁਰਦੁਆਰੇ ਮਰਿਆਂ ਦੀਆਂ ਹੀ ਆਉਣੀਆਂ ਚਾਹੀਦੀਆਂ ਨੇ ਕੰਮ। ਜਿਹੜਾ ਵਿਆਹ 'ਚ ਦਾਜ ਆਇਆ ਸੀ ਉਦੋਂ ਹੀ 4 ਭਾਂਡੇ ਕੱਢ ਦਿੰਦੇ ਖਾਂ, ਨਾਲੇ ਮਾਲ ਤੇ ਮਾਲਕਾਂ ਦਾ ਸੀ, ਮਸ਼ਹੂਰੀ ਕੰਪਨੀ ਦੀ ਹੋ ਜਾਂਦੀ। ਤੁਹਾਡਾ ਵਿਆਹ ਹੋਇਆ, ਤੁਹਾਡਾ ਦਾਜ ਆਇਆ, ਉਦੋਂ ਹੀ ਇੱਕ ਸ਼ਨੀਲ ਦਾ ਬਿਸਤਰਾ ਕੱਢ ਦਿੰਦੇ, ਉਦੋਂ ਹੀ 2-4 5 ਭਾਂਡੇ ਵੀ ਕੱਢ ਦਿੰਦੇ ਵੀ ਭਾਈ ਮਰਨ ਤੋਂ ਬਾਅਦ ਵੀ ਚਾਹੀਦੇ ਨੇ, ਇਕੱਲੇ ਵਿਆਹ ਤੋਂ ਬਾਅਦ ਥੋੜ੍ਹਾ ਚਾਹੀਦੇ ਨੇ। ਮਤਲਬ ਮਰਿਆਂ ਦੀਆਂ ਚੀਜ਼ਾਂ ਗੁਰਦੁਆਰੇ ਇਕੱਠੀਆਂ ਕਰ ਦਿਓ। ਕਿ ਇਹੀ ਸਿੱਖ ਧਰਮ ਹੈ? ਇੱਥੋਂ ਹੀ ਪਤਾ ਲੱਗਦਾ ਵੀ ਨਹੀਂ ਅਸੀਂ ਸਿਆਣੇ ਨਹੀਂ ਆ। ਜਮਦੂਤ ਲੈ ਗਏ ਨੇ, ਪਤਾ ਕਿਸੇ ਨੂੰ ਨਹੀਂ ਹੈ। ਜਵਾਨੀ ਭਰਮ ਵਿੱਚ ਲੰਘ ਗਈ, ਧਰਮ ਦੇ ਧਾਰਮਿਕ ਚਿੰਨ੍ਹ ਪਾਉਂਦਿਆਂ ਜੀਵਨ ਬਤੀਤ ਹੋ ਗਿਆ। ਮੌਤ ਆਈ, ਲੋਕਾਂ ਨੇ ਪ੍ਰੇਤ ਕਹਿ ਦਿੱਤਾ। ਜਮਦੂਤ ਆਏ, ਆਤਮਾ ਨੂੰ ਲੈ ਕੇ ਚਲੇ ਗਏ। ਛੱਡ ਖੜੋਤੇ ਖਿਨੇ ਮਾਹੇ, ਜਿਨ ਸਿਓ ਲੱਗਾ ਹੇਤ। ਤੇ ਜਿਹੜੇ ਆਪਣੇ ਸੀ ਉਹ ਤਾਂ ਛੱਡ ਗਏ। ਤੁਹਾਨੂੰ ਪਤਾ ਲੋਕ ਮੜੀਆਂ ਤੋਂ ਬਾਹਰ ਆ ਕੇ ਹੱਥ ਮੂੰਹ ਕਿਉਂ ਧੋਂਦੇ ਨੇ? ਉਹ ਇੰਨਾ ਵੀ ਤੁਹਾਨੂੰ ਬਰਦਾਸ਼ਤ ਨਹੀਂ ਕਰਦੇ ਵੀ ਤੁਹਾਨੂੰ ਮਰੇ ਨੂੰ ਵੇਖ ਕੇ ਇੱਦਾਂ ਹੀ ਮੂੰਹ ਲੈ ਕੇ ਘਰ ਚਲੇ ਜਾਣਾ। ਉਹ ਕਹਿੰਦੇ ਮੂੰਹ ਵੀ ਧੋ ਲਓ। ਇਹ ਜਿਹੜੇ ਕੋ ਹੱਥ ਲਾਏ ਨੇ, ਮਾੜਾ ਮੋਟਾ ਤੀਲਾ ਸੁੱਟਣ ਲੱਗਿਆ ਹੱਥ ਵੀ ਧੋ ਲਓ। ਇੱਦਾਂ ਵੀ ਹੁੰਦੀ ਹੈ। ਆਪਾਂ ਵਾਕਿਆਤ ਨਹੀਂ ਭਰਮ ਦੇ ਵਿੱਚ ਪਏ ਹੋਏ, ਐਵੇਂ ਸਾਰੀ ਦੁਨੀਆ ਆਪਣੀ ਬਣਾ ਕੇ ਤੁਰੇ ਫਿਰਦੇ ਆ। ਇਹ ਤਾਂ ਮੇਰੇ ਨੇ ਜੀ, ਇਹ ਤਾਂ ਮੇਰੇ ਆਪਣੇ ਨੇ ਜੀ। ਸਤਿਗੁਰੂ ਕਹਿੰਦੇ ਨਹੀਂ, ਤੇਰਾ ਕੋਈ ਨਹੀਂ ਹੈ। ਇਹੀ ਲੋਕ ਤੈਨੂੰ ਪ੍ਰੇਤ ਕਹਿਣਗੇ, ਇਹੀ ਲੋਕ ਤੈਨੂੰ ਛੱਡ ਕੇ ਖੜੇ ਹੋ ਜਾਣਗੇ। ਛੱਡ ਖੜੋਤੇ ਖਿਨੇ ਮਾਹੇ, ਜਿਨ ਸਿਓ ਲੱਗਾ ਹੇਤ। ਜਿਨ੍ਹਾਂ ਨਾਲ ਤੇਰਾ ਪਿਆਰ ਲੱਗਾ ਇਹ ਛੱਡ ਦੇਣਗੇ। ਹੱਥ ਮਰੋੜੇ ਤਨ ਕਪੇ, ਸਿਆਹੋਂ ਹੋਆ ਸੇਤ। ਹੱਥ ਪੈਰ ਮਰੋੜੇ ਜਾਣਗੇ। ਜਿੰਦ ਨਮਾਣੀ ਕੱਢੀਏ, ਹੱਡਾਂ ਕੂ ਕੜਕਾਏ। ਰੰਗ ਕਾਲੇ ਤੋਂ ਚਿੱਟਾ ਹੋ ਜਾਏਗਾ। ਜਿਹਾ ਬੀਜੈ ਸੋ ਲੂਣੇ, ਕਰਮਾ ਸੰਦੜਾ ਖੇਤ। ਇਹ ਕਰਮਾ ਰੂਪੀ ਖੇਤੀ ਹੈ, ਜੋ ਤੂੰ ਬੀਜਿਆ ਹੈ ਹੁਣ ਤੈਨੂੰ ਵੱਢਣਾ ਪਏਗਾ। ਮਗਰ ਦੀ ਕੋਈ ਸਪਲਾਈ ਨਹੀਂ ਹੈ। ਇਹ ਇਸ ਭੁਲੇਖੇ 'ਚ ਨਾ ਪੈਣਾ ਕਿ ਮਗਰੋਂ ਕੀ ਮਾਲ ਆਏਗਾ, ਮਗਰੋਂ ਕੋਈ ਚੀਜ਼ ਘੱਲੀ ਜਾ ਸਕਦੀ ਹੈ। ਨਾ, ਇਹ ਤਾਂ ਆਪੇ ਬੀਜ ਆਪੇ ਹੀ ਖਾ। ਨਾਨਕ ਅੱਗੇ ਸੋ ਮਿਲੈ, ਜੇ ਖੱਟੈ ਘਾਲੈ ਦੇ। ਜਿਹੜਾ ਅੱਜ ਕਮਾਓਗੇ, ਜਿਹੜਾ ਅੱਜ ਦਾਨ ਪੁੰਨ ਕਰੋਗੇ, ਇਹ ਤੁਹਾਨੂੰ ਅੱਗੇ ਮਿਲ ਜਾਏਗਾ। ਪਰ ਤੁਸੀਂ ਸੋਚੋ ਵੀ ਮਗਰੋਂ ਬੱਚੇ ਕੋਈ ਚੀਜ਼ ਭੇਜਣਗੇ, ਤੁਸੀਂ ਲੈ ਲਓਗੇ, ਨਹੀਂ, ਉਹ ਸਿਸਟਮ ਹੈ ਨਹੀਂ। ਸਿੱਖ ਧਰਮ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ। ਇਸ ਕਰਕੇ ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਆਉਂਦੇ ਨੇ ਉਹਨਾਂ ਨੂੰ
गुरु किरपा करदा है, अपने चरणां दे जहाज विच बिठाउंदा है। से भादोए नरक ना पाईऐ गुर रखण वाला हेत। वो व्यक्ति भादों दे महीने जे समझ नाल धर्म कमाउण, उन्हां नूं कदे नरकां च नहीं जाना पवेगा, उन्हां नूं गुरु दा प्यार रख लवेगा। चाहुंदे असीं सारे ही हाँ, कहंदे असीं सारे ही हाँ। तुमरी शरण तुम्हारी आसा, तुम ही सज्जन सुहेले, राखो राखण हार दयाला, नानक घर के गोले। वो इत्थे भी रखेगा, वो उत्थे भी रखेगा, दोवें थाम रखे गुर सूरे। सूरमा गुरु तुहाडा लोक भी रख लेगा, परलोक भी रख लेगा। पर गुरु दे प्यार विच अपने जीवन नूं असीं बतीत करिए, भरम दे भुलेखिਆਂ दे विच पै के मूलों परमात्मा तो गुरु तो असीं टुट ना जाइए, खुंझ ना जाइए। इन्ने शब्द प्रवान करना। सतगुरु किरपा करन, उपदेश साडे हिरदियां विच वस जाए। भुल्लां बख्शो जी, फतेह बुलाओ। वाहिगुरु जी का खालसा, वाहिगुरु जी की फतेह।